ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ 40ਵਾਂ। जगत भिखारी फिरत है सबको दाता राम। कहो नानक मन सिमर तह पूਰਨ ਹੋਵੇ ਕਾਮ। ਸਤਿਗੁਰ ਸਮਝਾਉਂਦੇ ਸਿੱਖ ਸੰਗਤ ਨੂੰ, ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਗਤੀ ਭਾਈ ਆਤਮਾ ਦੀ ਹੋਣੀ ਹੈ। ਅਸੀਂ ਸਰੀਰ ਦੀ ਕਰੀ ਜਾਂਦੇ ਹਾਂ, ਇਹ ਧਿਆਨ ਰੱਖਣਾ ਵਾ। ਜਿੰਨੇ ਧਰਮ ਕਰਮ ਕਰਦੇ ਹਾਂ ਅਸੀਂ ਸਾਰੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ। ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਜੈ ਪ੍ਰਸਾਦ ਭਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ। ਇਹ ਭਗਤੀ ਕਰਨੀ ਹੈ, ਹੁਕਮ ਦੀ ਭਗਤੀ ਕਰਨੀ ਹੈ, ਭਾਣੇ 'ਚ ਰਹਿਣਾ, ਬਾਣੀ ਨੂੰ ਸਤ ਕਰਕੇ ਮੰਨਣਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਤਾਂ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਣਾ ਵਾ। ਭਗਤੀ ਆਪਦੀ ਨਹੀਂ ਕਰਾਉਣੀ, ਉਹਦੀ ਭਗਤੀ ਕਰਨੀ ਹੈ। ਇਹ ਐਸੀ ਭਗਤੀ ਹੈ, ਇਹ ਆਪਾਂ ਕੰਮ ਕਾਰ ਕਰਦੇ ਹੋਏ ਵੀ ਕਰ ਸਕਦੇ ਹਾਂ। ਹਾਥ ਪਾਉ ਕਾਮ ਕਰ ਸਭ ਜੀਤ ਨਿਰੰਜਨ। ਇੱਥੇ ਸਤਿਗੁਰ ਸਮਝਾ ਰਹੇ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਭਿਖਾਰੀ ਹਾਂ ਅਸੀਂ ਸਾਰੀ ਮੰਗਦੇ ਹਾਂ। ਜਦੋਂ ਵੀ ਅੱਖ ਖੁੱਲ੍ਹਦੀ ਹੈ, ਸਾਡੀ ਸੁਰਤ ਬ੍ਰੇਨ 'ਚ ਆ ਜਾਂਦੀ ਹੈ, ਕਲਪਨਾ ਸ਼ੁਰੂ ਹੋ ਜਾਂਦੀ ਹੈ। ਜਿਹਨੂੰ ਬਾਣੀ ਵਿੱਚ ਤ੍ਰਿਕੁਟੀ ਕਿਹਾ ਸਿਰ ਨੂੰ, ਲੋਕ ਇਹਨੂੰ 10ਵਾਂ ਦੁਆਰ ਵੀ ਮੰਨੀ ਜਾਂਦੇ ਨੇ। ਅਗਿਆਨਤਾ ਹੈ, ਗੁਰੂ ਦੇ ਨਾਲ ਉਹਨਾਂ ਨੇ ਵਿਚਾਰ ਨਹੀਂ ਕੀਤੀ, ਗੁਰ ਸ਼ਬਦ ਤੋਂ ਉਹਨਾਂ ਨੂੰ ਗਿਆਨ ਨਹੀਂ ਹੋਇਆ, ਸਮਝ ਨਹੀਂ ਆਈ ਵੀ ਗਿਆਨ ਤੋਂ ਬਿਨਾਂ ਇਹ ਖੇਲ ਤੁਹਾਨੂੰ ਕਿਵੇਂ ਸਮਝ ਆ ਜਾਊਗੀ, ਗੁਰ ਸ਼ਬਦ ਦੀ ਕਮਾਈ ਤੋਂ ਬਿਨਾਂ ਕਿਵੇਂ ਸਮਝ ਆ ਜਾਊਗੀ। ਤਾਈਓ ਤਾਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਜਿੰਨੇ ਵੀ ਧਰਮ ਕਰਮ ਹੋ ਰਹੇ ਨੇ, ਪ੍ਰਚਲਿਤ ਮੱਤਾਂ ਪਿੱਛੇ ਤੋਂ ਆ ਰਹੀਆਂ ਨੇ। ਹਟ ਜੋਗ ਤਪ ਜੋਗ, ਘਰ-ਬਾਰ ਛੱਡ ਕੇ ਚਲੇ ਜਾਣਾ, ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਵਹੇ ਘਰ-ਬਾਰ। ਘਰ-ਬਾਰ ਛੱਡ ਕੇ ਚਲੇ ਜਾਂਦੇ ਸੀਗੇ, ਪਰ ਉਹ 'ਚੋਂ ਗਿਆਨ ਥੋੜ੍ਹੀ ਪੈਦਾ ਹੁੰਦਾ ਸੀ, ਹੰਕਾਰ ਜ਼ਰੂਰ ਪੈਦਾ ਹੁੰਦਾ ਸੀ। ਅਣਖ ਤਪੱਸਿਆ ਕਰੇ ਹੰਕਾਰ, ਸਤਿਗੁਰਾਂ ਦੇ ਵਚਨ ਨੇ। ਜੇ ਤੀਰਥਾਂ 'ਤੇ ਜਾ ਕੇ ਅਸੀਂ ਦਾਨ ਵੀ ਕੀਤਾ ਆਪਦੀ ਮੱਤ ਨਾਲ, ਲੋੜਵੰਦ ਨੂੰ ਦੇਣਾ ਕੋਈ ਮਾੜਾ ਨਹੀਂ ਹੈਗਾ, ਪਰ ਜੇ ਅਸੀਂ ਦਾਨ ਵੀ ਕੀਤਾ ਆਪਦੀ ਮੱਤ ਨਾਲ, ਉਹ 'ਚੋਂ ਕੀ ਪੈਦਾ ਹੋਇਆ? ਹੰਕਾਰ। ਇਹ ਹੋ ਹੀ ਨਹੀਂ ਸਕਦਾ ਵੀ ਸਾਨੂੰ ਹੰਕਾਰ ਨਾ ਪੈਦਾ ਹੋਵੇ। ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੀ ਗੁਮਾਨ, ਸਭ ਨਿਰਫਲ ਜਾਤ ਹੈ ਜੂ ਕੁਚਰ ਇਸ਼ਨਾਨ। ਕੁਚਰ ਤੋਂ ਭਾਵ ਹਾਥੀ ਵਾਲਾ ਸੁਭਾਅ। ਇਸ਼ਨਾਨ ਜਿਵੇਂ ਹਾਥੀ ਨੂੰ ਆਪਾਂ ਚੰਦਨ ਨਾਲ ਵੀ ਨਿਭਾ ਦਈਏ। ਸਤਿਗੁਰਾਂ ਦੇ ਵਚਨ ਨੇ ਸੁਖਮਨੀ ਸਾਹਿਬ 'ਚ, ਗਰਧਵ ਪ੍ਰੀਤ ਭਸਮ ਸੰਗ ਹੋਵੇ, ਚੰਦਨ ਲੇਪ ਉਤਾਰੇ ਧੋਏ। ਜੇ ਆਪਾਂ ਚੰਦਨ ਨਾਲ ਤਾਂ ਕਦੇ ਨੂੰ ਕੋਈ ਨਿਭਾਉਂਦਾ ਨਹੀਂ, ਪ੍ਰਮਾਣ ਦਿੱਤੇ ਹੋਏ ਨੇ। ਜੇ ਆਪਾਂ ਬਾਣੀ ਪਾਠ ਕਰਦੇ ਵੀ ਹੈ, ਉਹਦਾ ਵਿਚਾਰ ਆਪਾਂ ਨੂੰ ਮਾਇਆ ਦੇ ਉਪਦੇਸ਼ ਦੇ ਕੇ ਸਤਿਗੁਰ ਸਮਝਾ ਰਹੇ ਨੇ ਵੀ ਜੇ ਗਧੇ ਨੂੰ ਚੰਦਨ ਨਾਲ ਨਿਭਾ ਦਿਓ, ਚੰਦਨ ਨਾਲ ਕੌਣ ਨਿਭਾਉਂਦਾ ਗਧੇ ਨੂੰ ਭਾਈ? ਇਹ ਤਾਂ ਪ੍ਰਮਾਣ ਨਹੀਂ ਵੀ ਸਾਡਾ ਸੁਭਾਅ ਗਧੇ ਵਰਗਾ ਵਾ। ਨਹਾ ਕੇ ਉਹ ਸੁਭਾਅ 'ਚ ਲਿਟਦਾ ਹੈ, ਭਸਮ 'ਚ ਲਿਟਦਾ ਹੈ। ਅਸੀਂ ਪਾਠ ਕਰਕੇ ਕੀ ਮੰਗਦੇ ਹਾਂ? ਮਾਇਆ। ਮਾਇਆ ਕੀ ਹੈ? ਕੌਡੀ। ਸਾਡੀ ਮੰਗਣ ਨਾਲ ਮਾਇਆ ਆਉਂਦੀ ਹੈ। ਇਹ ਤਾਂ ਸਾਰਾ ਹੀ ਜਗਤ ਮੰਗ ਰਿਹਾ। ਉਹੀ ਸਤਿਗੁਰ ਸਮਝਾ ਰਹੇ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਰਾਮ ਕਿੱਥੇ ਹੈ ਭਾਈ? ਫਿਰ ਬਾਣੀ ਨੇ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ ਸਮਝਾਇਆ। ਸਭੇ ਘਟ ਰਾਮ ਬੋਲੇ, ਰਾਮਾ ਬਿਨ ਕੋ ਬੋਲੇ ਰੇ। ਭਗਤੀ ਰਾਮਦੇਵ ਜੀ ਸਮਝਾਉਂਦੇ ਨੇ, ਰਾਮ ਰਾਮ ਕਰਤਾ ਜਗ ਫਿਰੇ, ਰਾਮ ਨਾ ਪਾਇਆ ਜਾਏ। ਉਹ ਰਾਮ ਤਾਂ ਅਸੀਂ ਜਿਹੜਾ ਕਰਦੇ ਹਾਂ, ਉਹ ਤਾਂ ਮਾਇਆ ਕਰਕੇ ਕਰਦੇ ਹਾਂ ਵਾ। ਪਾਉਣਾ ਨਹੀਂ ਕੋਈ ਚਾਹੁੰਦਾ। ਜੇ ਕਿਸੇ ਨੇ ਪਾਉਣਾ ਤਾਂ ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਗੁਰ ਸ਼ਬਦ ਦੀ ਕਮਾਈ ਕਰੀਏ। ਨਦੀਆਂ ਪਵਹਿ ਸਮੁੰਦਰ ਨਾ ਜਾਣੀਏ। ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਪਰ ਇੱਕ ਦਿਨ ਉਹ ਸਮੁੰਦਰ 'ਚ ਲੈ ਹੋ ਜਾਂਦੇ ਨੇ, ਸਮੁੰਦਰ ਦਾ ਹੀ ਰੂਪ ਬਣ ਜਾਂਦੇ ਨੇ। ਇਵੇਂ ਗੁਰਸਿੱਖ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਉਹ ਵੀ ਮਾਇਆ ਪਾਰ ਕਰ ਜਾਂਦੇ ਨੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਉਹੀ ਤਾਂ ਰਾਮ ਦਾ ਬਾਣੀ ਗਿਆਨ ਕਰਾਉਂਦੀ ਹੈ, ਆਪਦੇ ਮੂਲ ਦਾ ਹਰ ਦਾ ਉਹੀ ਗਿਆਨ ਕਰਾਉਂਦੀ ਹੈ। ਬਾਣੀ ਹਰਕਤ ਹੈ। ਸਾਰੇ ਭਿਖਾਰੀ ਆ, ਕੋਈ ਵੱਡਾ ਕੋਈ ਛੋਟਾ। ਜਿਹੜਾ ਮੰਗਦਾ ਨਹੀਂ ਉਹਨੂੰ ਬਾਣੀ ਰਾਜਾ ਮੰਗਦੀ ਹੈ। ਮੰਗਦਾ ਕਦੋਂ ਨਹੀਂ ਹੈਗਾ ਇਹ? ਜਦੋਂ ਇਹਨੂੰ ਗੁਰ ਸ਼ਬਦ ਦਾ ਗਿਆਨ ਹੋ ਜਾਂਦਾ ਹੈ, ਪਹਿਲਾ ਪਦਾਰਥ ਇਹਨੂੰ ਮਿਲ ਜਾਂਦਾ ਗਿਆਨ। ਗਿਆਨ ਪਦਾਰਥ ਨਾਮ ਹੈ। ਧਰਮ ਅਰਥ ਕਾਮ ਮੋਖ ਜਿਹੜੇ ਦਿੱਤੇ ਹੋਏ ਨੇ,
ਉਹ ਸੰਸਾਰੀ ਨੇ। ਅਸਲ ਜਿਹੜੇ ਪਦਾਰਥ ਆਪਾਂ ਲੈਣ ਆਏ ਹਾਂ ਗੁਰਮਤਿ ਅਨੁਸਾਰ ਉਹ ਚਾਰ ਨੇ। ਚਾਰ ਪਦਾਰਥ ਜੇ ਕੋ ਮੰਗੇ ਸਾਜਣਾ ਕੀ ਸੇਵਾ ਲਾਗੇ। ਉਹ ਕਿਹੜੇ ਨੇ? ਗੁਰਗਿਆਨ ਪਦਾਰਥ। ਗੁਰਗਿਆਨ ਪਦਾਰਥ ਸਾਨੂੰ ਪਹਿਲਾਂ ਮਿਲ ਜਾਂਦਾ ਗੁਰ ਸ਼ਬਦ ਦੀ ਕਮਾਈ ਤੋਂ। ਜਦੋਂ ਅਸੀਂ ਬਾਣੀ ਨੂੰ ਸੁਣਦੇ ਹਾਂ, ਸਮਝਦੇ ਹਾਂ, ਫਿਰ ਉਹ 'ਚੋਂ ਗਿਆਨ ਪੈਦਾ ਹੁੰਦਾ। ਦੇਖ ਲਓ ਸੁਣ ਕੇ, ਇਹ ਹੋ ਹੀ ਨਹੀਂ ਸਕਦਾ ਵੀ ਨਾ ਪ੍ਰਾਪਤੀ ਹੋਵੇ। ਸਤਿਗੁਰਾਂ ਦੇ ਬਚਨ ਨੇ, ਬਾਣੀ ਸੱਚੀ, ਅਸੀਂ ਝੂਠੇ, ਅਸੀਂ ਵਿਚਾਰਦੇ ਨਹੀਂ। ਝੂਠਾ ਜੋ ਕੋ ਨਾ ਵਿਚਾਰੇ, ਝੂਠੇ ਅਸੀਂ ਵਿਚਾਰਦੇ ਨਹੀਂ ਹੈਗੇ। ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 ਕਾ ਇਸਨਾਨ। ਸੁਣਨ ਨਾਲ ਸੱਤ ਤੋਂ ਭਾਵ ਸੱਚ ਦਾ ਗਿਆਨ ਹੁੰਦਾ। ਸੱਚ ਕੀ ਹੈ, ਝੂਠ ਕੀ ਹੈ। ਫਿਰ ਮਨ ਨੂੰ ਸੰਤੋਖ ਆ ਜਾਂਦਾ ਹੈ। ਉਹ ਦੂਆ ਪਦਾਰਥ ਹੈ ਜਿਹਨੂੰ ਸੰਤੋਖ ਕਹਿੰਦੇ ਆਪਾਂ, ਉਹ ਮੁਕਤੀ ਹੈ। ਪਹਿਲਾ ਪਦਾਰਥ ਆਪਣਾ ਹੋ ਗਿਆ ਗਿਆਨ, ਦੂਜਾ ਪਦਾਰਥ ਹੋ ਗਿਆ ਆਪਣਾ ਮੁਕਤੀ। ਜਦੋਂ ਮੁਕਤੀ ਸਾਨੂੰ ਮਿਲ ਜਾਂਦੀ ਹੈ, ਭਾਵ ਮਨ ਸੰਤੋਖ 'ਚ ਆ ਜਾਂਦਾ ਹੈ, ਉਹਨੂੰ ਸਹਿਜ ਦੁਨੀਆ ਕਿਹਾ, 10ਵਾਂ ਦੁਆਰ ਵੀ ਕਿਹਾ। ਫਿਰ ਆਪਦੇ ਮੂਲ ਨਾਲ ਹੀ ਰਹਿੰਦਾ, ਜੁੜ ਕੇ ਆਪਦੇ ਹਰ ਨਾਲ। ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ, ਦੂਈ ਅਵਸਥਾ ਸੰਤੋਖ ਜਾ ਕੇ। ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਜਿਵੇਂ ਸੁਪਨਾ ਆਉਣ ਤੋਂ ਬਾਅਦ ਸਾਡਾ ਉਹ ਝੂਠ ਹੋ ਜਾਂਦਾ ਸੁਪਨਾ, ਇਵੇਂ ਸੰਸਾਰ ਵੀ ਜਦੋਂ ਕਾਲ ਆ ਕੇ ਜਗਾਉਂਦਾ ਸਾਰਾ ਝੂਠਾ ਹੋ ਜਾਂਦਾ। ਝੂਠੀ ਦੇਖੀ ਜਗਤ ਮੇ ਪ੍ਰੀਤ। ਸਤਿਗੁਰਾਂ ਦੀ ਬਚਨ ਨੇ 9ਵੇਂ ਪਾਤਸ਼ਾਹ ਦੇ, ਇਹ ਝੂਠੀ ਹੋ ਜਾਂਦੀ ਹੈ। ਫਿਰ ਸਾਨੂੰ ਤੀਜਾ ਪਦਾਰਥ ਜਿਹੜਾ ਹੈਗਾ ਉਹ ਫਿਰ ਕੁਦਰਤ ਦੀ ਰਹਿਮਤ ਭਾਵ ਹੁਕਮ ਨਾਲ ਸਾਨੂੰ ਉਹ ਮਿਲਦਾ ਵਾ। ਤੀਜਾ ਪਦਾਰਥ ਨਾਮ ਹੈ। ਨਾਮ ਦਾ ਦਰਸ਼ਨ ਹੋਣਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਫਿਰ ਮਨ ਦੀ ਭੁੱਖ ਲੈਂਦੀ ਹੈ ਜਦੋਂ ਹੁਕਮ ਦਾ ਦਰਸ਼ਨ ਹੁੰਦਾ ਹੈ। ਉਹੀ ਤਾਂ ਨਾਮ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ, ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨਹੀਂ ਸਮਾਪਤ ਹੁੰਦੀ ਹੈ। ਪਰ ਅਸੀਂ ਤਾਂ ਨਾਮ ਵੀ ਬਾਹਰੋਂ ਹੀ ਲੈ ਲੈਂਦੇ। ਉਹ ਸਾਡਾ ਭਰਮ ਹੀ ਹੈ ਸਾਰਾ। ਉਹ ਸਾਰੇ ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਨੇ। ਧਰਮ ਕਰਮ ਪਖੰਡ ਜੋ ਦੀਸੇ ਜਮ ਜਗਾਤੀ ਲੁੱਟੇ, ਇੱਥੇ ਹੀ ਖੋ ਲੈਂਦੇ ਨੇ ਸਾਰੇ। ਸਰੀਰ ਦੇ ਨਾਲ ਹੀ ਸਮਾਪਤੀ ਹੋ ਜਾਂਦੀ। ਜਿਹੜੀ ਅਸੀਂ ਸੰਪਤ ਆਪਣੀ ਮੰਨੀ ਬੈਠੇ ਹਾਂ ਉਹ ਵੀ ਝੂਠੀ ਹੋ ਜਾਂਦੀ। ਜੋ ਸੰਪਤ ਆਪਣੀ ਕਰਮਾਨੀ, ਛਿਨਮੇ ਪਈ ਪਰਾਈ। ਖਿਨਮੇ ਕੌੜੇ ਹੋਏ ਜਿਤਨੇ ਮਾਇਆ ਭੋਗ। ਜਦੋਂ ਆਉਂਦਾ ਹੈ ਕਾਲ, ਸਮਾਂ ਆਉਂਦਾ ਹੈ, ਇਹਦਾ ਨਿਕਲ ਜਾਂਦਾ ਹੈ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈਏ। ਭੁੱਲ ਜਾਂਦਾ ਹੈ ਸੰਸਾਰ 'ਤੇ ਆਉਣ ਦਾ ਮੇਰਾ ਕੀ ਕਾਰਨ ਹੈ, ਕਿਸ ਕਾਰਨ ਤੁਮ ਜਗ ਆਏ ਭਾਈ। ਨਾਮ ਦੀ ਪ੍ਰਾਪਤੀ ਖਾਤਰ ਇਹ ਭੁੱਲ ਜਾਂਦਾ ਵਾ। ਸੁੱਖਾਂ ਖਾਤਰੇ ਭੱਜਿਆ ਫਿਰਦਾ ਵਾ। ਸੁੱਖ ਮੰਗਤ ਦੁੱਖ ਆਗੇ ਆਵੇ। ਭਗਤ ਕਬੀਰ ਜੀ ਕਹਿੰਦੇ ਸੁੱਖਾਂ ਦੇ ਨਾਲ ਦੁੱਖ ਆਉਂਦੇ, ਉਹਦਾ ਇਹਨੂੰ ਗਿਆਨ ਨਹੀਂ ਹੈਗਾ। ਪਿੱਛੇ ਆਪਾਂ ਸਲੋਕ ਦੀ ਵਿਚਾਰ ਵੀ ਕੀਤੀ ਹੈ, ਯਤਨ ਬਹੁਤ ਸੁੱਖ ਕੇ ਕੀਏ। ਸਾਰੇ ਸੁੱਖਾਂ ਦੇ ਕਰਦੇ ਹਾਂ, ਦੁੱਖ ਫਿਰ ਵੀ ਆ ਜਾਣ। ਸਾਡੀ ਮੱਤ ਨਾਲ ਦੁੱਖ ਹੀ ਆਉਣਗੇ ਭਾਈ। ਗੁਰ ਕੀ ਮੱਤ ਲੈਣੀ ਹੈ ਅਸੀਂ, ਗੁਰਬਾਣੀ ਨੂੰ ਸੁਣਨਾ ਹੈ। ਸੁਣਨ ਤੋਂ ਬਾਅਦ ਸਾਨੂੰ ਗਿਆਨ ਪੈਦਾ ਹੋ, ਫਿਰ ਅਸੀਂ ਗੁਰਬਾਣੀ ਨੂੰ ਅਰਥਾਤ ਸਕਦੇ ਹਾਂ, ਵਿਚਾਰ ਸਕਦੇ ਹਾਂ, ਫਿਰ ਕੁਦਰਤ ਦੀ ਰਹਿਮਤ ਲੈ ਸਕਦੇ ਹਾਂ। ਅੱਜ ਤਾਂ ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੋਇਆ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਇਹ ਮ੍ਰਿਤ ਲੋਕ ਆ, ਇੱਥੇ ਸਾਰਾ ਕੁਛ ਭਾਲਦੇ। ਇਹ ਤਾਂ ਛੱਡਣਾ ਪੈਣਾ ਆਪਾਂ ਨੂੰ। ਇਹ ਤਾਂ ਜਿਵੇਂ ਆਪਾਂ ਪਲੇਟਫਾਰਮ ਛੱਡ ਕੇ ਟ੍ਰੇਨ 'ਚ ਬਹਿ ਜਾਂਦੇ ਹਾਂ, ਐਵੇਂ ਸਰੀਰ ਛੱਡ ਕੇ ਆਪਾਂ ਨੂੰ ਜਾਣਾ ਪੈਣਾ ਵਾ। ਹੁਕਮ ਦੇ ਨਾਲ ਆਪਾਂ ਸਹਿਮਤੀ ਬਣਾਉਣੀ ਹੈ। ਭਾਣੇ 'ਚ ਭਾਵ ਭਾਣੇ 'ਚ ਰਹਿਣਾ। ਸਤਿਗੁਰਾਂ ਦੇ ਵਚਨ ਲੈਂਦੇ ਹਾਂ ਆਪਾਂ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਗੁਰ ਕੇ ਭਾਣੇ ਜੋ ਚੱਲੇ ਪਾਏ, ਬੋਹਿਤ ਬੈਠਾ ਆਏ। ਸਤਿਗੁਰਾਂ ਦੇ ਵਚਨ ਨੇ, ਜਸ ਨਾਵ ਚੜ੍ਹੇ। ਉਹਦੀ ਜਸ ਜਿਹੜਾ ਕਰਨਾ ਉਹੀ ਤਾਂ ਨਾਵ ਹੈ। ਉਹਦੇ ਵਿੱਚ ਆਤਮਾ ਬਹਿੰਦੀ ਹੈ। ਜਿਵੇਂ ਪਾਣੀ 'ਚ ਨੌਕਾ ਸਾਨੂੰ ਪਾਰ ਕਰਾ ਦਿੰਦੀ ਹੈ ਨਾਵ, ਇਵੇਂ ਜਿਹੜਾ ਕੁਦਰਤ ਦਾ ਜਸ ਹੈ ਇਹ ਨਾਵ ਹੈ। ਇਹ 'ਚ ਆਤਮਾ ਬਹਿੰਦੀ ਹੈ, ਉਹੀ ਤਾਂ ਬੋਹਿਤ ਹੈ। ਉਹ ਡੁੱਬਦਾ ਨਹੀਂ ਹੈਗਾ। ਉਹ ਕਿਹੜਾ ਥੱਲੇ ਪਾਣੀ ਜਾਂ ਮਾਇਆ ਦੇ ਵਿੱਚ ਹੈ। ਮਾਇਆ ਤੋਂ ਪਰੇ ਹੈ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਫਿਰ ਸਾਨੂੰ ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਚੌਥਾ ਜਨਮ, ਫਿਰ ਜਨਮ ਹੋਣਾ। ਨਾ ਕਿਸ ਜਨਮੇ ਨਾ ਕਿਸ ਮਰੈ, ਆਪਣ ਚਲਤ ਆਪ ਹੀ ਕਰੇ। ਜੰਮਦਾ ਮਰਦਾ ਤਾਂ ਕੁਛ ਹੈ ਹੀ ਨਹੀਂ ਗਾ, ਸਰੀਰ ਕਰਕੇ ਜ਼ਰੂਰ ਹੈ। ਜਿਹੜਾ ਆਪਾਂ ਸੰਸਾਰੀ ਮੰਨਦੇ ਹਾਂ, ਸੰਸਾਰੀ ਆਪਾਂ ਲੋਕ ਹੈ, ਸੰਸਾਰ ਨਾਲ ਜੁੜੇ ਹੁੰਦੇ ਹਾਂ। ਆਪਾਂ ਨੂੰ ਐਂ ਲੱਗਦਾ ਵੀ ਇਹ ਬੰਦਾ ਮਰ ਗਿਆ, ਚਲਿਆ ਗਿਆ। ਸੰਸਾਰੀ ਕਾਗਜ਼ਾਂ ਦੇ ਵਿੱਚ ਵੀ ਲਿਖਿਆ ਜਾਂਦਾ, ਪਰ ਗੁਰਬਾਣੀ ਵਿੱਚ ਨਹੀਂ। ਗੁਰਬਾਣੀ ਵਿੱਚ ਤਾਂ ਸਤਿਗੁਰਾਂ ਦੇ ਵਚਨ ਨੇ, ਇਹ ਜੀਵ ਜੰਮਦਾ ਹੀ ਨਹੀਂ ਨਾ ਮਰਦਾ। ਇਹ ਤਾਂ ਸਰੀਰ ਰੂਪੀ ਕੱਪੜਾ ਬਦਲਦਾ ਵਾ। ਉਹਦਾ ਜਨਮ ਹੁੰਦਾ ਚੌਥਾ ਪਦਾਰਥ ਆਪਣੇ। ਇਹ ਚਾਰ ਪਦਾਰਥ ਆਪਾਂ ਲੈਣੇ ਨੇ। ਗਿਆਨ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ,
ਜਨਮ ਪਦਾਰਥ। ਇਹ ਚਾਰਾਂ ਪਦਾਰਥਾਂ ਦੀ ਆਪਾਂ ਨੂੰ ਪ੍ਰਾਪਤੀ ਤਾਂ ਹੋਊਗੀ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ, ਬਾਣੀ ਨੂੰ ਸੱਤ ਕਰਕੇ ਮੰਨਾਂਗੇ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਸਤਿਗੁਰ ਕੀ ਬਾਣੀ, ਇਹ ਸਤਿਗੁਰ ਕੀ ਬਾਣੀ ਹੈ, ਇਹਨੂੰ ਸੱਤ ਕਰਕੇ ਮੰਨਣਾ, ਫਿਰ ਮਨ ਨੇ ਟਿਕਣਾ, ਇਹ 'ਚੋਂ ਗਿਆਨ ਪੈਦਾ ਹੋਣਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾ ਮਨ ਨੇ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾ ਮਨ ਬੁੱਧੀ ਨੂੰ ਸਤਿਗੁਰ ਦਾ ਦਰਸ਼ਨ ਨਹੀਂ ਹੋਣਾ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਅਵਸਥਾ ਆਨੰਦ ਦੀ ਹੈ, ਆਤਮਾ ਦੀ। ਜਿਹੜੀ ਸੀ ਸੰਸਾਰੀ ਆ ਕਹਿੰਦੇ ਸਾਨੂੰ ਆਨੰਦ ਆ ਗਿਆ ਜਾਂ ਉਹ ਆ ਗਿਆ, ਉਹ ਸਾਰੇ ਸਰੀਰ ਕਰਕੇ ਆਰਜੀ ਰਸ ਨੇ ਕੁਛ ਟਾਈਮ ਲਈ। ਉਹ ਅੱਖੀਂ ਵੇਖ ਨਾ ਰੱਜੀਆਂ, ਅੱਖਾਂ ਦੇਖ ਕੇ ਕੁਛ ਆਨੰਦ ਪੈਦਾ ਪ੍ਰਾਪਤ ਕਰ ਲੈਂਦੀਆਂ, ਬਾਅਦ 'ਚ ਫਿਰ ਉਹ ਵਿਆਕਲ ਹੋ ਜਾਂਦੀਆਂ। ਉਹ ਬਹੁਤ ਸਿੱਖਿਆ ਖਾਤਰ ਇਹ ਸਾਖੀਆਂ ਲਈਆਂ ਜਾਂਦੀਆਂ ਨੇ। ਅੱਖੀਂ ਵੇਖ ਨਾ ਰੱਜੀਆਂ, ਉਹ ਰੰਗ ਤਮਾਸ਼ੇ ਸਵਾਦੀਆਂ ਜੀਵ ਨਾ ਰੱਜੀਆਂ। ਇਹ ਇੱਛਾ ਨਹੀਂ ਪੂਰੀਆਂ ਹੁੰਦੀਆਂ ਸਾਡੀਆਂ। ਕਿਉਂ ਨਹੀਂ ਹੁੰਦੀਆਂ? ਕਿ ਸਾਡੇ ਜਿਹੜੀ ਗਿਆਨ ਇੰਦਰੀਆਂ ਦੀ ਡੋਰ ਹੈ ਇਹ ਮਾਇਆ ਤੱਕ ਹੀ ਸੀਮਿਤ ਹੈ। ਮਾਇਆ ਦੇ ਗਿਆਨ ਇੰਦਰੀ ਨੇ, ਇਹ ਸਰੀਰ ਨਾਲ ਹੀ ਸਮਾਪਤ ਹੋ। ਜਦੋਂ ਕਾਲ ਆਉਂਦਾ ਫਿਰ ਸਾਡੀ ਇੱਕ ਨਹੀਂ ਚੱਲਦੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲੇ। ਕੂੜ ਝੂਠ ਸਰੀਰ ਨਾਲ ਕਿਵੇਂ ਸਾਡਾ ਖਹਿੜਾ ਛੁੱਟੇ ਹੋਣ, ਛੱਡਣਾ ਤਾਂ ਪੈਣਾ ਹੀ ਹੈ ਸਾਨੂੰ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ, ਕਰੂੰ ਅਰਦਾਸ ਗਾਉ ਕਿਸ ਵਾਕੀ, ਲੇਹੂੰ ਨਵੇ ਰਾਜ ਕੀ ਰਾਤ। ਬਾਕੀ ਭਗਤ ਕਬੀਰ ਜੀ ਸਮਝਾਉਂਦੇ ਨੇ, ਫਿਰ ਹੱਥਾਂ ਜੋੜੀ ਕਰਦਾ ਇਹ ਜਮੋ ਮੈਨੂੰ ਅੱਜ ਦੀ ਰਾਤ ਛੱਡ ਦਿਓ। ਕਰੂੰ ਅਰਦਾਸ ਗਾਉ ਕਿਸ ਵਾਕੀ, ਮੈਂ ਬੇਨਤੀ ਕਰਦਾ ਮੈਂ ਆਪਦਾ ਹਿਸਾਬ ਕਿਤਾਬ ਨਿਬੇੜ ਲਵਾਂ। ਲੇਹੋ ਨਵੇ ਰਾਜ ਕੀ ਰਾਤ, ਤੇ ਵੀ ਇੱਕ ਰਾਤ ਮੈਨੂੰ ਛੱਡ ਦਿਓ, ਸਵੇਰੇ ਤੁਹਾਡੇ ਨਾਲ ਮੈਂ ਚਲਾ ਜਾਊਂਗਾ। ਤੇ ਅੱਗੋਂ ਕੀ ਜਵਾਬ ਆਉਂਦਾ, ਅੰਬਲ ਸਰਾਨੋ ਲੇਖਾ ਦੇਣਾ ਆਈ ਕਠਨ, ਜਮਦੂਤ ਲੈਣਾ। ਤੈਂ ਅਮਲ ਨਹੀਂ ਕੀਤਾ ਭਾਈ, ਸੰਸਾਰ 'ਚ ਕੀ ਕਰਨ ਆਇਆ ਸੀ? ਲੇਖਾ ਮੁਕਾਉਣ ਆਇਆ ਸੀ, ਤੂੰ ਤਾਂ ਵਧਾ ਲਿਆ, ਤੈਂ ਅਮਲ ਨਹੀਂ ਕੀਤਾ ਹੈਗਾ। ਉਹੀ ਆਪਾਂ ਨੌਵੇਂ ਪਾਤਸ਼ਾਹ ਦਾ ਸਲੋਕ ਵੀ ਹੈ, ਧਰਮ ਰਾਏ ਜਬ ਲੇਖਾ ਮੰਗੇ। ਭਗਤ ਕਬੀਰ ਜੀ ਦਾ ਵੀ ਹੈਗਾ ਉਪਦੇਸ਼, ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਗਿਆ। ਫਿਰ ਕੀ ਜਵਾਬ ਦੇਵਾਂਗੇ ਅਸੀਂ? ਬਾਬਾ ਫਰੀਦ ਜੀ ਦਾ ਸਲੋਕ ਵੀ ਹੈ, ਸਹੀ ਕੰਮੜੇ ਵਿਸਾਰ ਜਿੰਨੇ ਕਮੀ ਨਾਹੀ ਗੁਣ ਫਰੀਦਾ। ਉਹ ਕੰਮ ਨਹੀਂ ਕਰਨੇ ਆਪਾਂ ਜਿਨ੍ਹਾਂ ਨੂੰ ਆਪਾਂ ਨੂੰ ਗੁਰਬਾਣੀ ਨੇ ਆਪਾਂ ਨੂੰ ਹਟਾਇਆ, ਆਪਾਂ ਉਹੀ ਕੰਮ ਕਰੀ ਜਾਂਦੇ ਹਾਂ। ਆਪਾਂ ਗੁਰੂ ਭਗਤਾਂ ਦੇ ਦਰਸਾਏ ਅਨੁਸਾਰ ਚੱਲਣਾ, ਤਾਂ ਸਾਨੂੰ ਇਹ ਪ੍ਰਾਪਤੀ ਹੋਣੀ ਹੈ। ਜਿਹੜਾ ਅਸੀਂ ਭਿਖਾਰੀ ਬਣ ਗਏ ਹਾਂ ਸੰਸਾਰ ਦੇ ਵਿੱਚ, ਕਲਪਨਾ ਚੱਲਦੀ ਰਹਿੰਦੀ ਹੈ ਜੀ, ਅੰਤ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ ਜਾਨੋ, ਸਮਾਂ ਆ ਜਾਂਦਾ ਵਾ। ਉਹ ਸਾਨੂੰ ਪ੍ਰਾਪਤੀ ਤਾਂ ਹੋਊਗੀ, ਤਾਂ ਮਨ ਰੱਜੂਗਾ। ਦੇਹ ਨਾਮ ਸੰਤੋਖੀ, ਉਤਰੇ ਮਨ ਕੀ ਭੁੱਖ। ਭੁੱਖ ਤਾਂ ਮਨ ਦੀ ਨਾਮ ਹੈ। ਅਸੀਂ ਇਹਨੂੰ ਮਾਇਆ ਨਾਲ ਜੋੜਤਾ। ਮਾਇਆ ਤਾਂ ਸਰੀਰ ਦੀ ਖੁਰਾਕ ਆ, ਉਹ ਤਾਂ ਭਾਈ ਲੈਣੀ ਹੀ ਲੈਣੀ ਆ। ਉਹ ਕੰਮ ਤਾਂ ਅਸੀਂ ਕਰਨਾ ਹੀ ਆ। ਉਹ ਕਰਮ ਤਾਂ ਕਰਨੇ ਹੀ ਨੇ ਜੋ ਕੁਦਰਤ ਨੇ ਜਿੱਥੇ ਸਾਨੂੰ ਦਿੱਤਾ ਜਨਮ, ਉਹਨੂੰ ਸੱਤ ਕਰਕੇ ਮੰਨਣਾ ਵਾ, ਜਿਹੋ ਜਿਹਾ ਵੀ ਹੈਗਾ ਵਾ। ਜੋ ਸਾਡਾ ਬਣਦਾ ਸਾਡਾ ਉਹ ਜਨਮ ਹੋ ਗਿਆ। ਹੁਣ ਅਸੀਂ ਇਹ ਸੰਸਾਰ 'ਚ ਆ ਕੇ ਪ੍ਰਾਪਤੀ ਕਰਨੀ ਹੈ ਨਾਮ ਦੀ, ਅਸੀਂ ਹੁਕਮ ਦਾ ਵਿਰੋਧ ਕਰਨ ਲੱਗ ਗਏ। ਸੰਤ ਕਾ ਦੋਖੀ ਨਾ ਮਰੇ ਨਾ ਜਵਾਈਏ, ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਜਦੋਂ ਇਹਦਾ ਮ੍ਰਿਤਿੂ ਹੀ ਨਹੀਂ ਹੋਈ, ਇੱਛਾ ਦਾ ਤਿਆਗ ਹੀ ਨਹੀਂ ਹੋਇਆ, ਜਨਮ ਕਿਵੇਂ ਹੋ ਜੂ ਇਹਦਾ? ਉਹ ਸਰੀਰ ਕਰਕੇ ਅਸੀਂ ਕਹੀ ਜਾਂਦੇ ਹਾਂ ਕਿ ਸਾਨੂੰ ਗਿਆਨ ਨਹੀਂ ਹੈਗਾ। ਇਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ ਆਤਮਾ ਦਾ ਦਰਸ਼ਨ ਕਰ ਲੈਣਾ। ਆਤਮਾ ਨੇ ਆਪਦੇ ਮੂਲ ਦਾ ਦਰਸ਼ਨ ਕਰਨਾ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਇਹ ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਣਾਵੇ ਡੂਬੇ ਸਾਣੇ। ਇਹ ਆਪਾਂ ਗੁਰ ਕੀ ਮਤ ਲੈਣੀ ਹੈ, ਫਿਰ ਆਪਾਂ ਨੂੰ ਆਪਦੇ ਮੂਲ ਹਰ ਦਾ ਦਰਸ਼ਨ ਹੋਣਾ, ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਉਹ ਤੀਆ ਪਦਾਰਥ ਹੈ। ਚੌਥਾ ਫਿਰ ਉਦੋਂ ਬਾਅਦ ਸੀ ਛੱਡਣ ਤੋਂ ਬਾਅਦ ਜਦੋਂ ਇੱਕ ਹੋ ਜਾਂਦੇ ਨੇ, ਇੱਕ ਹੋਏ ਤਾਂ ਉਗਵੇ, ਫਿਰ ਦਾ ਜਨਮ ਹੁੰਦਾ, ਸੱਚਖੰਡ ਦਾ ਵਾਸੀ ਬਣ ਜਾਂਦਾ। ਇਹ ਜਿੱਥੋਂ ਆਇਆ ਟੁੱਟ ਕੇ ਉੱਥੇ ਫਿਰ ਪਹੁੰਚ ਜਾਂਦਾ। ਜਿਵੇਂ ਜਿਵੇਂ ਇਹ ਆਇਆ ਉਵੇਂ ਹੀ ਜਾਊਗਾ, ਪਰ ਜਾਊ ਤਾਂ ਜੀ ਇਹ ਗੁਰ ਕੀ ਮਤ ਲਊਗਾ। ਮਨ ਕੀ ਤਿਆਗੇ ਮਤਰੀ, ਸੰਗ ਗੋਪਾਲੇ ਜਾਣ ਰਹੀ। ਸੱਚ ਦੇ ਗਿਆਨ ਨਾਲ ਫਿਰ ਗੋਪਾਲ ਨੂੰ ਆਪਦੇ ਮੂਲ ਨੂੰ ਹਾਜ਼ਰ ਸਮਝਦਾ ਹੈ, ਬੁਰਾਈਆਂ ਤੋਂ ਬਚ ਕੇ ਰਹਿੰਦਾ ਵਾ। ਉਹੀ ਤਾਂ ਗੁਰਸਿੱਖ ਨੇ, ਗੁਰ ਕਿਰਪਾ ਤੇ ਸੇ ਜਨ ਜਾਗੇ ਬੋਲੇ ਅੰਮ੍ਰਿਤ ਪਾਣੀ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਉਹਨਾਂ ਦੀਆਂ ਆਤਮਾ ਜਾਗ ਜਾਂਦੀਆਂ ਨੇ, ਉਹਨਾਂ ਦਾ ਅੰਮ੍ਰਿਤ ਵੇਲਾ ਹੋ ਜਾਂਦਾ। ਜਿਹੜਾ ਆਹ ਅੰਮ੍ਰਿਤ ਵੇਲਾ ਇਹ ਸੰਸਾਰੀ ਹੈ। ਇਹਦਾ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਇਆ ਬਾਣੀ ਨੇ, ਅਨੇਕਾਂ ਪ੍ਰਮਾਣ ਦਿੱਤੇ ਨੇ ਮਾਇਆ ਦੇ, ਉਹ ਆਪਾਂ ਛੱਡ ਦੇਣੇ ਨੇ।
ਅਸਲ ਪ੍ਰਾਪਤੀ ਕਰਨੀ ਉਹ ਪ੍ਰੈਕਟੀਕਲ ਆਪਾਂ ਨੂੰ ਕਰਨਾ ਪਊ, ਗੁਰ ਸ਼ਬਦ ਦੀ ਕਮਾਈ ਕਰਨੀ ਪਊ, ਫਿਰ ਆਪਣਾ ਜਿਹੜਾ ਹੈਗਾ ਸੰਸਾਰ 'ਤੇ ਆਉਣਾ ਸਫਲ ਹੋਊਗਾ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ, ਬਿਰਥਾ ਜਨਮ ਪੁਰਾਣੇ। ਇਹ ਸੁਣਨੀ ਹੈ, ਵਿਚਾਰਨੀ ਹੈ, ਫਿਰ ਸਮਝ ਆਉਣੀ ਹੈ ਸਾਨੂੰ, ਫਿਰ ਸਾਨੂੰ ਗਿਆਨ ਪਹਿਲਾ ਪਦਾਰਥ ਮਿਲ ਜਾਣਾ, ਦੂਜਾ ਮੁਕਤੀ ਮਨ ਨੇ ਸ਼ਾਂਤ ਹੋ ਜਾਣਾ ਵਾ, ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ, ਚੌਥਾ ਇਹਦਾ ਜਨਮ, ਇਹਨੇ ਆਪਦੇ ਘਰ ਪਹੁੰਚ ਜਾਣਾ। ਨਹੀਂ ਤਾਂ ਸਤਿਗੁਰੂ ਸਮਝਾ ਰਹੇ ਨੇ ਆਪਾਂ ਨੂੰ, ਕੀ ਸਮਝਾ ਰਹੇ ਨੇ, ਜਗਤ ਭਿਖਾਰੀ ਫਿਰਤ ਹੈ। ਭਿਖਾਰੀ ਅਸੀਂ ਭਾਈ, ਕੋਈ ਬੜਾ ਹੈ ਕੋਈ ਛੋਟਾ, ਸਭ ਕੋ ਦਾਤਾ ਰਾਮ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਕਸੇ ਬੇਪਰਵਾਹ। ਸਦੀਆਂ ਤੋਂ ਜਦ ਸੰਸਾਰ ਸਾਜਿਆ ਦੇ ਰਿਹਾ ਵਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇਂ ਜੰਤੋ ਪਾਏ, ਤਿਨਾ ਵੀ ਰੋਜੀ ਦੇ। ਊਡੇ ਉਡਾਵੇ ਸੈ ਕੋਛਾਂ, ਤਿਸ ਪਾਛੇ ਬਚਰੇ ਸਰਿਆ, ਤਿਨ ਕਵਣ ਖਿਲਾਵੇ ਕਵਣ ਚਗਾਵੇ, ਮਨ ਮੈਂ ਸਿਮਰਨ ਕਰੇ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਬਾਣੀ ਸਮਝਾਉਂਦੀ ਹੈ, ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਮਨਾ। ਸਾਰਾ ਕੁਛ ਤਾਂ ਉਹਨੇ ਪੈਦਾ ਕੀਤਾ, ਸੰਭਾਲ ਵੀ ਉਹੀ ਕਰਦਾ ਹੈ। ਹੁਕਮ ਸਰਬ ਵਿਆਪੀ ਹੈ, ਕੁਦਰਤ ਜਿੱਥੇ ਵੀ ਜੀਵ ਕੋਈ ਜਨਮ ਲੈਂਦਾ ਉੱਥੇ ਉਹਦੀ ਖੁਰਾਕ ਪੈਦਾ ਕਰ ਦਿੰਦਾ। ਉਹਦਾ ਆਪਣਾ ਵਿਸ਼ਾ ਨਹੀਂ, ਆਪਣਾ ਵਿਸ਼ਾ ਆਪਾ, ਆਪ ਵਿਚਾਰੇ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਬਾਬਾ ਫਰੀਦ ਜੀ ਵੀ ਸਮਝਾਉਂਦੇ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰਦੇ। ਪਹਿਲਾਂ ਅਸੀਂ ਆਪਣੇ ਅੰਦਰ ਝਾਤੀ ਮਾਰਨੀ ਆ, ਅਸੀਂ ਆਪ ਦਾ ਆਪ ਸਵਾਰਨਾ, ਆਪ ਜਪੇ ਅਬਰੇ ਨਾਮ ਜਪਾਵੇ। ਪਹਿਲਾਂ ਆਪ ਘਰ ਪਹੁੰਚਣਾ, ਫਿਰ ਦੂਆਂ ਨੂੰ ਸਮਝਾਉਣਾ। ਉਹੀ ਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ ਹੈ, ਪਰ ਅਸੀਂ ਦੂਆਂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ, ਆਪ ਨਹੀਂ ਕਮਾਈ ਕਰਦੇ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਤਾਂ ਸਾਨੂੰ ਜੰਮਣ ਮਾਰਨ ਜਾਣਾ ਪੈਂਦਾ ਭਾਈ। ਅਸੀਂ ਗੁਰਸ਼ਬਦ ਦੀ ਕਮਾਈ ਨਹੀਂ ਕਰਦੇ। ਆਪਾਂ ਭਗਤ ਕਬੀਰ ਦਾ ਸਲੋਕ ਵੀ ਲੈ ਲੈਂਦੇ, ਕਬੀਰ ਔਰੋਂ ਕੋ ਉਪਦੇਸ਼ ਤੇ, ਮੁਕਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ, ਖਾਇਆ ਕਰ ਕਾ ਖੇਤ। ਹੋਰ ਸਲੋਕ ਲੈ ਲੈਣਾ ਭਗਤ ਕਬੀਰ ਜੀ ਦਾ, ਉਜਰ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਬੰਦੇ ਜਮ ਪਰ ਜਾਏ। ਭਗਤ ਕਬੀਰ ਜੀ ਕਹਿੰਦੇ ਨੇ, ਜਿਹੜੀ ਉਜਰ ਪਹਿਰੇ ਕਾਪਰੇ, ਬੜੇ ਬੜੇ ਮਹਿੰਗੇ ਵਸਤਰ, ਸੰਸਾਰ ਦੇ ਵਿੱਚ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋਏ, ਧਰਮ ਦੇ ਨਾਂ 'ਤੇ ਪੈਸੇ ਕਮਾ ਰਹੇ ਨੇ ਜਾਂ ਗਲਤ ਰਾਹ 'ਤੇ ਜਾ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਜੰਮ ਬਣ ਕੇ ਲੈ ਜਾਂਦਾ। ਆਓ ਭਾਈ ਸਾਰੇ ਮਿਲ ਕੇ ਆਪਾਂ ਗੁਰੂ ਦੇ ਚਰਨਾਂ ਲੱਗੀਏ। ਗੁਰਚਰਨ ਬਾਣੀ ਹੈ, ਇਹਨੂੰ ਵਿਚਾਰਨਾ, ਵਿੱਚੋਂ ਗਿਆਨ ਪੈਦਾ ਹੋਊ, ਫਿਰ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਊ। ਉਹੀ ਸਤਿਗੁਰ ਸਮਝਾ ਰਹੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਸਿਮਰ ਪਾ ਸਮਝ, ਤਹਿ ਪੂਰਨ ਹੋਵੇ ਕਾਮ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜੇ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ ਰਹਿ ਰਾ। ਸਤਿਗੁਰਾਂ ਦੇ ਵਚਨ ਨੇ, ਸ਼ਬਦ ਦੀ ਸੰਗਤ ਕਰਨੀ ਹੈ, ਮਨ ਨੂੰ ਸਾਧਣਾ ਵਾ, ਕੇਵਲ ਨਾਮ ਦੀ ਪ੍ਰਾਪਤੀ ਖਾਤਰ ਭਗਤੀ ਕਰਨੀ ਆ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।